ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਇਸ ਵੀਡੀਓ ਵਿੱਚ ਆਇਲਸ ਅਕੈਡਮਿਕ ਰਾਈਟਿੰਗ ਟਾਸਕ 1 ਦੀ ਇੰਟਰੋਡਕਸ਼ਨ ਕਰਨ ਜਾ ਰਹੇ ਹਾਂ। ਇੰਟਰੋਡਕਸ਼ਨ ਦੇ ਤੁਹਾਨੂੰ ਰੂਲਸ ਦੱਸੇ ਜਾਣਗੇ ਕਿ ਇੰਟਰੋਡਕਟਰੀ ਪੈਰਾਗ੍ਰਾਫ ਅਕੈਡਮਿਕ ਰਾਈਟਿੰਗ ਟਾਸਕ 1 ਵਿੱਚ ਕਿਵੇਂ ਲਿਖਿਆ ਜਾਂਦਾ ਹੈ। ਪੂਰੀ ਜਾਣਕਾਰੀ ਲੈਣ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ। ਇਸ ਵੀਡੀਓ ਵਿੱਚ ਕੁੱਲ ਮਿਲਾ ਕੇ 7 ਵੱਖਰੇ ਇੰਟਰੋਡਕਟਰੀ ਪੈਰਾਗ੍ਰਾਫ ਸਮਝਾਏ ਗਏ ਹਨ ਤੇ ਨਾਲ ਹੀ ਸਿਨੋਨਿਮਸ ਦਿੱਤੇ ਗਏ ਹਨ ਜਿਹੜੇ ਕਿ ਆਇਲਸ ਅਕੈਡਮਿਕ ਰਾਈਟਿੰਗ ਟਾਸਕ 1 ਵਿੱਚ ਇਸਤੇਮਾਲ ਹੁੰਦੇ ਨੇ। ਆਇਲਸ ਰਾਈਟਿੰਗ ਟਾਸਕ 1 ਅਕੈਡਮਿਕ ਇਹਨੂੰ ਸ਼ੁਰੂ ਕਰਨ ਲਈ ਇਹਦਾ ਇੰਟਰੋਡਕਟਰੀ ਪੈਰਾਗ੍ਰਾਫ ਉਹ ਕਿੱਥੋਂ ਸ਼ੁਰੂ ਕਰਨਾ ਹੈ? ਉਹ 2 ਵਰਡਸ ਤੋਂ ਸ਼ੁਰੂ ਕਰਨਾ ਹੈ, ਦਾ ਗਿਵਨ ਜਾਂ ਫਿਰ ਦਾ ਪ੍ਰੋਵਾਈਡਡ। ਗਿਵਨ ਦਾ ਮਤਲਬ ਪ੍ਰੋਵਾਈਡਡ ਹੁੰਦਾ ਹੈ, ਮਤਲਬ ਦਿੱਤਾ ਹੋਇਆ। ਜਿਹੜਾ ਵੀ ਗ੍ਰਾਫ ਸਾਨੂੰ ਦਿੱਤਾ ਹੋਇਆ ਹੈ ਆਇਲਸ ਵਿੱਚ, ਜਿਹੜਾ ਵੀ ਗ੍ਰਾਫ ਸਾਡੇ ਸਾਹਮਣੇ ਹੈ ਜਿਹਨੂੰ ਅਸੀਂ ਡਿਸਕ੍ਰਾਈਬ ਕਰਨਾ ਹੈ ਉਹਨੂੰ ਅਸੀਂ ਕਹਾਂਗੇ ਕਿ ਇਹ ਦਿੱਤਾ ਹੋਇਆ ਗ੍ਰਾਫ ਹੈ ਜਿਹੜਾ ਉਹ ਇਹ ਚੀਜ਼ ਦਰਸਾਉਂਦਾ ਹੈ, ਇਹ ਚੀਜ਼ ਦਿਖਾਉਂਦਾ ਹੈ। ਅਤੇ ਕਿੱਥੋਂ ਸ਼ੁਰੂ ਕਰਾਂਗੇ ਅਸੀਂ? ਦਾ ਗਿਵਨ ਜਾਂ ਦਾ ਪ੍ਰੋਵਾਈਡਡ। ਅੱਗੇ ਕੀ ਹੈ ਉਹ ਅਸੀਂ ਲਿਖਣਾ ਹੈ, ਲਾਈਨ ਗ੍ਰਾਫ, ਬਾਰ ਗ੍ਰਾਫ, ਪਾਈ ਚਾਰਟ, ਟੇਬਲ ਐਂਡ ਮੈਪ। ਕੁਝ ਵੀ ਜਿਹੜੀ ਵੀ ਚੀਜ਼ ਦਿੱਤੀ ਹੋਈ ਹੈ ਅਸੀਂ ਆਪ ਦੇਖ ਕੇ ਆਪ ਆਈਡੈਂਟੀਫਾਈ ਕਰਕੇ ਅਸੀਂ ਉਹ ਲਿਖਣਾ ਹੈ। ਦਾ ਗਿਵਨ ਲਾਈਨ ਗ੍ਰਾਫ, ਦਾ ਗਿਵਨ ਪਾਈ ਚਾਰਟ, ਦਾ ਗਿਵਨ ਟੇਬਲ ਜਾਂ ਫਿਰ ਦਾ ਪ੍ਰੋਵਾਈਡਡ ਟੇਬਲ। ਜੇ ਅਸੀਂ ਟਾਸਕ ਬਾਰੇ ਗੱਲ ਕਰੀਏ, ਰਾਈਟਿੰਗ ਟਾਸਕ 1 ਵਿੱਚ ਲਿਖਿਆ ਕੀ ਆਉਂਦਾ ਹੈ ਤੇ ਲਾਈਨਸ ਇੱਦਾਂ ਦੀਆਂ ਹੀ ਆਉਂਦੀਆਂ ਹਮੇਸ਼ਾ ਲਿਖੀਆਂ ਹੋਈਆਂ। ਦ ਗ੍ਰਾਫ ਬਿਲੋ, ਗ੍ਰਾਫ ਬਿਲੋ ਉਹ ਕਦੀ ਵੀ ਇਹ ਨਹੀਂ ਦੱਸਦੇ ਲਾਈਨ ਗ੍ਰਾਫ, ਬਾਰ ਗ੍ਰਾਫ, ਪਾਈ ਚਾਰਟ ਇਵੇਂ ਕਦੀ ਨਹੀਂ ਲਿਖਿਆ ਹੋਇਆ ਆਉਂਦਾ। ਜਾਂ ਤਾਂ ਉਹ ਲਿਖਿਆ ਹੋਏਗਾ ਦ ਗ੍ਰਾਫ ਬਿਲੋ ਜਾਂ ਲਿਖਿਆ ਹੋਏਗਾ ਦ ਚਾਰਟ। ਠੀਕ ਹੈ, ਉਹ ਅਸੀਂ ਆਪ ਲਿਖਣਾ ਹੈ। ਸਾਨੂੰ ਕੀ ਦਿਖਾਈ ਦੇ ਰਿਹਾ? ਲਾਈਨ ਗ੍ਰਾਫ, ਬਾਰ ਗ੍ਰਾਫ, ਪਾਈ ਚਾਰਟ, ਟੇਬਲ, ਮੈਪ ਕੀ ਦਿਖ ਰਿਹਾ ਹੈ ਤਾਂ ਅਸੀਂ ਆਪ ਲਿਖਣਾ ਹੈ ਉਹ। ਦ ਗਿਵਨ ਬਾਰ ਗ੍ਰਾਫ, ਦਾ ਪ੍ਰੋਵਾਈਡਡ ਬਾਰ ਗ੍ਰਾਫ। ਹੁਣ ਇਹ ਵਾਲਾ ਲਾਈਨ ਗ੍ਰਾਫ ਹੈ ਤੇ ਅਸੀਂ ਲਾਈਨ ਗ੍ਰਾਫ ਲਿਖਾਂਗੇ। ਦ ਗਿਵਨ ਲਾਈਨ ਗ੍ਰਾਫ, ਦਾ ਪ੍ਰੋਵਾਈਡਡ ਲਾਈਨ ਗ੍ਰਾਫ। ਬਿਲੋ, ਅਸੀਂ ਬਿਲੋ ਵਰਡ ਨਹੀਂ ਯੂਜ਼ ਕਰਨਾ, ਅਸੀਂ ਬਿਲੋ ਦੀ ਜਗ੍ਹਾ ਗਿਵਨ ਯੂਜ਼ ਕਰ ਰਹੇ ਹਾਂ। ਬਿਲੋ ਉਹਨਾਂ ਨੇ ਕਿਉਂ ਇਸਤੇਮਾਲ ਕੀਤਾ? ਕਿਉਂਕਿ ਉਹਨਾਂ ਦੇ ਤਾਂ ਲਾਈਨਸ ਦੇ ਥੱਲੇ ਗ੍ਰਾਫ ਬਣਿਆ ਹੋਇਆ, ਬਟ ਅਸੀਂ ਜੋ ਲਿਖਾਂਗੇ ਉਹਦੇ ਥੱਲੇ ਅਸੀਂ ਗ੍ਰਾਫ ਨਹੀਂ ਬਣਾਵਾਂਗੇ। ਅਸੀਂ ਤਾਂ ਸਿਰਫ ਇਹ ਲਿਖਾਂਗੇ ਕਿ ਸਾਨੂੰ ਜਿਹੜਾ ਗ੍ਰਾਫ ਦਿੱਤਾ ਗਿਆ ਹੈ ਉਹ ਕੀ ਦਿਖਾਉਂਦਾ ਹੈ, ਉਹ ਤੋਂ ਸਾਨੂੰ ਕੀ ਪਤਾ ਚੱਲਦਾ, ਅਸੀਂ ਇਹ ਲਿਖਾਂਗੇ। ਇਸ ਕਰਕੇ ਬਿਲੋ ਵਰਡ ਅਸੀਂ ਯੂਜ਼ ਨਹੀਂ ਕਰਾਂਗੇ, ਅਸੀਂ ਲਿਖਾਂਗੇ ਦ ਗਿਵਨ ਲਾਈਨ ਗ੍ਰਾਫ ਜਾਂ ਫਿਰ ਦਾ ਪ੍ਰੋਵਾਈਡਡ ਲਾਈਨ ਗ੍ਰਾਫ। ਹੁਣ ਸਾਨੂੰ ਇਹ ਗੱਲ ਪਤਾ ਚੱਲ ਗਈ ਕਿ ਅਸੀਂ ਲਿਖਣਾ ਕਿੱਥੋਂ ਸ਼ੁਰੂ ਕਰਨਾ ਹੈ। ਅਸੀਂ ਲਿਖਣਾ ਸ਼ੁਰੂ ਕਰਨਾ ਹੈ ਦ ਗਿਵਨ ਜਾਂ ਫਿਰ ਦਾ ਪ੍ਰੋਵਾਈਡਡ ਲਾਈਨ ਗ੍ਰਾਫ। ਹੁਣ ਅਗਲੀ ਗੱਲ ਇਹ ਹੈ, ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ, ਕਿ ਜਿਹੜੀਆਂ ਲਾਈਨਸ ਇਹਨਾਂ ਨੇ ਦਿੱਤੀਆਂ ਹੁੰਦੀਆਂ, ਜਿਹੜੀਆਂ ਲਾਈਨਸ ਸਾਨੂੰ ਲਿਖੀਆਂ ਹੋਈਆਂ ਆਉਂਦੀਆਂ ਨੇ, ਇਹਦੇ ਵਿੱਚ ਅਸੀਂ ਕੀ ਲਿਖਿਆ ਹੋਇਆ ਪੜ੍ਹ ਰਹੇ ਹਾਂ? ਦ ਗ੍ਰਾਫ ਬਿਲੋ ਗਿਵਸ ਇਨਫੋਰਮੇਸ਼ਨ ਅਬਾਊਟ ਦ ਟੈਕਨੋਲੋਜੀ that households in one US city used for watching television between 2004 and 2014। ਤੁਸੀਂ ਵੀਡੀਓ ਪੌਜ਼ ਕਰਕੇ ਇਹ ਲਾਈਨ ਲਿਖ ਸਕਦੇ ਹੋ ਤਾਂ ਲਿਖ ਲਓ ਤਾਂ ਕਿ ਤੁਹਾਨੂੰ ਪੂਰੀ ਤਰ੍ਹਾਂ ਨਾਲ ਅੰਡਰਸਟੈਂਡਿੰਗ ਹੋਵੇ ਕਿ ਕਿਸ ਤਰੀਕੇ ਨਾਲ ਇਸ ਲਾਈਨ ਨੂੰ ਅਸੀਂ ਬਦਲਣਾ ਆ। ਜਿੰਨਾ ਜ਼ਿਆਦਾ ਅਸੀਂ ਲਾਈਨ ਨੂੰ ਬਦਲਾਂਗੇ, ਜਿਹੜੀ ਲਾਈਨ ਸਾਨੂੰ ਦਿੱਤੀ ਹੁੰਦੀ ਹੈ, ਜਿੰਨਾ ਜ਼ਿਆਦਾ ਅਸੀਂ ਉਹਨੂੰ ਬਦਲਾਵ ਕਰਾਂਗੇ ਉਹਦਾ ਵਿੱਚ, ਉਨੇ ਜ਼ਿਆਦਾ ਸਾਨੂੰ ਬੈਂਡਸ ਮਿਲਣਗੇ। ਅਸੀਂ ਹੂ ਬਹੂ ਉੱਦਾਂ ਕਾਪੀ ਕਰਕੇ ਨਹੀਂ ਲਿਖਣਾ ਹੁੰਦਾ। ਅਸੀਂ ਇੰਟਰੋਡਕਟਰੀ ਪੈਰਾਗ੍ਰਾਫ ਵਿੱਚ ਸਿਰਫ ਇਹ ਦੋਨੋਂ ਲਾਈਨਸ ਬਾਰੇ ਹੀ ਮੈਂਸ਼ਨ ਕਰਨਾ ਹੁੰਦਾ। 2 ਲਾਈਨਸ ਹੋਣ ਜਾਂ 1 ਲਾਈਨ ਹੋਵੇ, ਇਹ ਲਾਈਨ ਬਾਰੇ ਹੀ ਮੈਂਸ਼ਨ ਕਰਨਾ ਹੁੰਦਾ ਹੈ, ਬਟ ਹੂ ਬਹੂ ਉਸੇ ਤਰੀਕੇ ਨਾਲ ਨਹੀਂ ਕਰਨਾ ਹੁੰਦਾ। ਹੁਣ ਤੁਸੀਂ ਇਸ ਸੈਂਟੈਂਸ ਨੂੰ ਚੰਗੀ ਤਰ੍ਹਾਂ ਸਮਝੋਗੇ ਤਾਂ ਕਿ ਸਾਨੂੰ ਪਤਾ ਚੱਲੇ ਕਿ ਕਿਸ ਤਰੀਕੇ ਨਾਲ ਇੱਕ ਸੈਂਟੈਂਸ ਨੂੰ ਬਿਨਾਂ ਉਹਦਾ ਮਤਲਬ ਚੇਂਜ ਕੀਤੇ ਕਿਸ ਤਰੀਕੇ ਨਾਲ ਅਸੀਂ ਬਦਲ ਸਕਦੇ ਹਾਂ, ਰੀਫਰੇਜ਼ ਕਿਵੇਂ ਕਰ ਸਕਦੇ ਹਾਂ ਕਿਸੇ ਸੈਂਟੈਂਸ ਨੂੰ। ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਸੀ ਦ ਗ੍ਰਾਫ ਬਿਲੋ। ਦ ਗ੍ਰਾਫ ਬਿਲੋ ਦੀ ਜਗ੍ਹਾ ਅਸੀਂ ਕੀ ਲਿਖਿਆ? ਦ ਗਿਵਨ ਲਾਈਨ ਗ੍ਰਾਫ। ਸਭ ਤੋਂ ਪਹਿਲੀ ਚੇਂਜ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਗਿਵਸ ਇਨਫੋਰਮੇਸ਼ਨ about the technology, gives information। ਅਸੀਂ ਕੀ ਲਿਖਿਆ? describes the various forms of technology। ਅਸੀਂ gives information ਦੀ ਜਗ੍ਹਾ ਲਿਖਿਆ describes।
उस तो बाद उन्होंने लिखिया गिव्स इनफॉर्मेशन अबाउट द टैक्नोलॉजी। उन्होंने कल्ला टैक्नोलॉजी यूज़ किया वर्ड, असी टैक्नोलॉजी वर्ड कल्ला यूज़ नहीं किया। असी देख लिया कि टैक्नोलॉजी दे की है, इत्थे सोर्सिस है, टैक्नोलॉजी दियाँ फॉर्म्स है वक्रियां वक्रियां, 4 फॉर्म्स है, सैटेलाइट, केबल, इंटरनैट ते ब्रॉडकास्ट। इस करके असी लिख दिता द वेरीअस फॉर्म्स ऑफ टैक्नोलॉजी। असी कल्ला डिस्क्राइब्स द टैक्नोलॉजी वर्ड नहीं यूज़ किया, असी यूज़ कर दिते 3 होर वर्ड्स नाल मिला के वेरीअस फॉर्म्स ऑफ, ठीक है, डिस्क्राइब्स द वेरीअस फॉर्म्स ऑफ टैक्नोलॉजी यूज्ड बाय पीपल। उन्होंने लिखिया सी अबाउट द टैक्नोलॉजी दैट हाउसहोल्ड्स की जगह असी लोग लिख दिता, पीपल लिख दिता। सानू पता लोगों ने ही इस्तेमाल करना है, घरां विच ही इस्तेमाल होया, ते असी इत्थे सेंटेंस स्ट्रक्चर भी चेंज किया है। इत्थे साडा सेंटेंस स्ट्रक्चर इस तरीके का बनया होया कि यूज्ड है जिहड़ा वो साडा पहला आंदा है, फिर साडा बाय पीपल आंदा है, ठीक है जी। उत्थे हाउसहोल्ड्स पहला आंदा है तो यूज्ड बाद चों आंदा है। साडा इत्थे सेंटेंस स्ट्रक्चर चेंज हो गया। यूज्ड बाय पीपल इन वन यूएस सिटी, इत्थे फिर चेंज टू वॉच टैलीविजन लिखिया, उत्थे की सी फॉर वॉचिंग टैलीविजन। फॉर वॉचिंग टैलीविजन फॉर दे नाल हमेशा ही हमेशा वर्ब दे नाल ING आंदा है। फॉर प्रैपोजिशन इदां दी है जिवें ही उहदे नाल वर्ब लगदा है उहदे नाल ING लगदा है, जैरंड लगदा है। इसी तरीके नाल टू दा भी एक नियम है, जिवें ही टू आंदा है प्रैपोजिशन टू आंदी उहदे नाल जिवें ही वर्ब आंदा है ते वर्ब दी फर्स्ट फॉर्म आंदी। ये 2 ग्रामैटिकल रूल्स हो गए नाल दे नाल तुहाडे, ठीक है जी। टू वॉच टैलीविजन उधर की है फॉर वॉचिंग टैलीविजन। आखिरी चेंज ये की असी कि फ्रॉम 2004 टू 2014 लिख दिता। असी ये 2 प्रैपोजिशनस कि जगह लिख दित्तियां बिटवीन एंड की जगह। उन्होंने प्रैपोजिशन यूज़ की सी बिटवीन 2004 एंड 2014। बिटवीन दे नाल हमेशा एंड आंदा है। जे तुसी मेरी प्रैपोजिशन वाली वीडियो देखी होवे तो तुहानूं पता होएगा, इस गल दे बारे जानू होवोगे कि बिटवीन नाल हमेशा एंड आंदा है। इसी तरीके नाल फ्रॉम दे नाल की आंदा है टू, ते बिटवीन दी जगह असी की लगा दिता फ्रॉम 2004 टू 2014। ते कुल मिला के असी 8 बदलाव किए हैं इस सेंटेंस विच। अगला टास्क जी साडा पैराग्राफ है, ਉਹਦੀ इंट्रोडक्शन पहला असी पढ़ लीए ते तुसी एक जगह ते नोट भी कर लो वीडियो पॉज करके। द ग्राफ गिव्स इंफॉर्मेशन अबाउट द एज ऑफ द पॉपुलेशन ऑफ आइसलैंड बिटवीन 1990 एंड 2020। हुण असी जिहड़ा सेंटेंस आप लिखना है उन्होंने असी समझ लईए की चेंजेस लेके आए हैं। जिवें कि उन्होंने लिख के दिता सानू द ग्राफ, असी की लिखिया द गिवन बार ग्राफ, क्योंकि ये बार ग्राफ है। पिछला असी लाइन ग्राफ किया सीगा, ये बार ग्राफ है। द गिवन बार ग्राफ इलस्ट्रेट्स की जगह लिखिया उन्होंने की किया गिव्स इनफॉर्मेशन की जगह असी इलस्ट्रेट्स वर्ड लिखिया। और तुहानूं याद होवेगा पिछले टास्क विच असी इलस्ट्रेट्स की जगह डिस्क्राइब्स लिखिया सी, और ये वर्ड है डिस्क्राइब्स इलस्ट्रेट्स, ये दोवें वर्ड्स शोज़ दे सिनोनिम्स है। तो वीडियो के अंत विच तुहानूं शोज़ के सारे सिनोनिम्स दस दिते जाणगे, तां तुसीं उहनां नूं नोट कर लेना। द गिवन बारग्राफ इलस्ट्रेट्स, उस तो बाद की है उन्होंने की दिता है अबाउट द एज ऑफ द पॉपुलेशन, है तो ये पॉपुलेशन है राइट, तो उन्होंने पॉपुलेशन विच ਵੱਖਰੀ एज ग्रुप्स विच पा रखिया उन्होंने। असी की लिखांगे द पॉपुलेशन ऑफ किहड़ी जगह की पॉपुलेशन है आइसलैंड इन 5 डिफरेंट एज ग्रुप्स, मतलब असी एज ग्रुप वर्ड मैंशन कर दिता और प्रैपोजिशन सेम उसी तरीके नाल जिवें पिछले ग्राफ विच कीता सी उसी तरीके नाल चेंज किया है। इत्थे असी फ्रॉम टू लिख दिता है, उधर सानू दिता होया बिटवीन एंड करके। सेंटेंस दा स्ट्रक्चर टोटली चेंज होया पिया, ठीक है जी। इहदे विच असी एज ग्रुप्स पा दिता, उन्होंने एज ग्रुप्स नहीं लिखिया सी।
ਹੁਣ ਅਸੀਂ ਵਧਦੇ ਹਾਂ ਤੀਜੇ ਟਾਸਕ ਵੱਲ। ਤੀਜੇ ਟਾਸਕ ਵਿੱਚ ਤੁਸੀਂ ਦੇਖ ਸਕਦੇ ਹੋ ਕਿ 2 ਗ੍ਰਾਫਸ ਇਕੱਠੇ ਦਿੱਤੇ ਗਏ ਹੈ, ਅਤੇ ਕਈ ਵਾਰ ਇਸ ਤਰੀਕੇ ਨਾਲ ਹੁੰਦਾ 2 ਜਾਂ 3 ਗ੍ਰਾਫਸ ਇਕੱਠੇ ਆ ਜਾਂਦੇ ਆ। ਇਹਦੇ ਵਿੱਚ ਇੱਕ ਬਾਰ ਗ੍ਰਾਫ ਹੈ ਅਤੇ ਇੱਕ ਲਾਈਨ ਗ੍ਰਾਫ ਹੈ। ਹੁਣ ਇਹਦੀ ਇੰਟਰੋਡਕਸ਼ਨ ਅਸੀਂ ਪੜ੍ਹ ਲਈਏ। ਦ ਚਾਰਟ ਐਂਡ ਗ੍ਰਾਫ, ਦੇਖੋ ਦੋਨੋਂ ਪਾਸੇ ਨਹੀਂ ਦਿੱਤਾ ਹੋਇਆ, ਨਾ ਲਾਈਨ ਗ੍ਰਾਫ ਦਿੱਤਾ ਹੈ ਨਾ ਬਾਰ ਗ੍ਰਾਫ ਦਿੱਤਾ ਹੋਇਆ, ਜਾਂ ਚਾਰਟ ਦਿੱਤਾ ਹੈ ਅਤੇ ਗ੍ਰਾਫ ਦਿੱਤਾ ਹੋਇਆ। ਇੱਦਾਂ ਹੀ ਉਹ ਦਿੰਦੇ ਹੁੰਦੇ ਅਤੇ ਅਸੀਂ ਆਪ ਲਿਖਣਾ ਹੁੰਦਾ ਹੈ। ਮੈਂ ਦੁਬਾਰਾ ਕਹਾਂਗੀ, ਅਸੀਂ ਆਪ ਲਿਖਣਾ ਹੁੰਦਾ ਹੈ ਕਿ ਲਾਈਨ ਗ੍ਰਾਫ ਹੈ, ਬਾਰ ਗ੍ਰਾਫ ਹੈ ਜਾਂ ਪਾਈ ਚਾਰਟ ਹੈ, ਕੀ ਹੈ। ਦ ਚਾਰਟ ਐਂਡ ਗ੍ਰਾਫ ਬਿਲੋ ਗਿਵ ਇਨਫੋਰਮੇਸ਼ਨ। ਹੁਣ ਇੱਥੇ ਇੱਕ ਹੋਰ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ 2 ਜਾਂ 2 ਤੋਂ ਜ਼ਿਆਦਾ ਗ੍ਰਾਫ ਆ ਜਾਣ ਤੇ ਸਾਡੀ ਜਿਹੜਾ SES ਲੱਗਦਾ ਵਰਬ ਨਾਲ ਉਹ ਹਟ ਜਾਏਗਾ। ਸਿੰਪਲ ਪ੍ਰੈਜ਼ੈਂਟ ਟੈਂਸ ਦਾ ਰੂਲ ਗਿਵਸ ਨਹੀਂ ਆਏਗਾ, ਗਿਵ ਇਨਫੋਰਮੇਸ਼ਨ। ਠੀਕ ਹੈ, ਇਸ ਤਰੀਕੇ ਨਾਲ ਜੇ ਅਸੀਂ ਸ਼ੋਜ਼ ਦੇ ਸਿਨੋਨਿਮ ਪਾਉਂਦੇ ਹਾਂ ਤੇ ਉਹਦੇ ਵਿੱਚ ਵੀ SES ਕੱਟ ਜਾਏਗਾ ਜੇ ਅਸੀਂ ਦੋਨਾਂ ਬਾਰੇ ਜ਼ਿਕਰ ਕਰਦੇ ਹਾਂ। Give information about participants who have entered the Olympics since it began. ਇਨਫੋਰਮੇਸ਼ਨ ਦਿੰਦੇ ਆ ਦੋਨੋਂ ਗ੍ਰਾਫਸ ਕਿਹਦੇ ਬਾਰੇ, ਉਹਨਾਂ ਪਾਰਟਿਸਪੈਂਟਸ ਬਾਰੇ ਜਿਹੜੇ ਓਲੰਪਿਕਸ ਵਿੱਚ ਐਂਟਰ ਹੋਏ ਹਨ ਜਦੋਂ ਤੋਂ ਓਲੰਪਿਕਸ ਸਟਾਰਟ ਹੋਈਆਂ ਨੇ। ਸਭ ਤੋਂ ਪਹਿਲੀ ਚੇਂਜ ਜੋ ਅਕਸਰ ਅਸੀਂ ਕਰਦੇ ਹੀ ਹਾਂ, ਦਾ ਪ੍ਰੋਵਾਈਡਡ ਬਾਰ ਗ੍ਰਾਫ। ਹੁਣ ਇਹਦੇ ਵਿੱਚ ਅਸੀਂ ਕੀ ਕੀਤਾ ਹੈ, ਬਾਰ ਗ੍ਰਾਫ ਅਤੇ ਲਾਈਨ ਗ੍ਰਾਫ ਦੋਨਾਂ ਬਾਰੇ ਵੱਖਰਾ ਵੱਖਰਾ ਲਿਖਿਆ ਹੈ। 2 ਸੈਂਟੈਂਸਿਸ ਨੂੰ ਅਸੀਂ ਕਨੈਕਟਰ ਹਾਊਐਵਰ ਨਾਲ ਇਸ ਤਰੀਕੇ ਨਾਲ ਜੋੜਿਆ, ਸੈਮੀ ਕੋਲਨ ਵੀ ਯੂਜ਼ ਕੀਤਾ ਹੈ ਕਿ ਅਸੀਂ ਉਹਨੂੰ ਕੰਪਲੈਕਸ ਸੈਂਟੈਂਸ ਬਣਾ ਸਕੀਏ। ਇਹ ਤੁਹਾਨੂੰ ਇਹਦੇ ਵਿੱਚ ਰੂਲ ਪਤਾ ਚੱਲ ਜਾਏਗਾ ਸੈਮੀ ਕੋਲਨ ਦਾ, ਕਿ ਸੈਮੀ ਕੋਲਨ ਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰਕੇ ਅਸੀਂ ਕੰਪਲੈਕਸ ਸੈਂਟੈਂਸ ਬਣਾਉਂਦੇ ਹਾਂ, ਅਤੇ ਸੈਮੀ ਕੋਲਨ ਕਿੱਥੇ ਇਸਤੇਮਾਲ ਹੁੰਦਾ ਇੱਕ ਜਗ੍ਹਾ ਤੁਹਾਨੂੰ ਪਤਾ ਚੱਲ ਜਾਏਗੀ ਅੱਜ ਇਸ ਸੈਂਟੈਂਸ ਤੋਂ। ਇਸ ਕਰਕੇ ਚੰਗੀ ਤਰ੍ਹਾਂ ਇਸ ਸੈਂਟੈਂਸ ਨੂੰ ਸਮਝ ਲੈਣਾ ਕਿ ਕਿਵੇਂ ਬਣਾਇਆ ਗਿਆ ਹੈ। The provided bar graph elucidates, ਹੁਣ elucidates ਲਿਖਿਆ ਅਸੀਂ illustrates describes ਦੀ ਜਗ੍ਹਾ elucidates ਕਿਉਂ ਲਿਖਿਆ, ਕਿਉਂਕਿ ਇਹ ਬਾਰ ਗ੍ਰਾਫ ਇਕੱਲੇ ਬਾਰੇ ਗੱਲ ਕੀਤੀ ਜਾ ਰਹੀ ਹੈ ਇੱਥੇ। The provided bar graph elucidates the number of male and female participants. ਉਹਨਾਂ ਨੇ ਕੀ ਲਿਖਿਆ ਸੀ, the chart and graph below give information about participants. ਉਹਨਾਂ ਨੇ ਇਹ ਨਹੀਂ ਲਿਖਿਆ ਸੀ ਮੇਲ ਐਂਡ ਫੀਮੇਲ, ਬਟ ਜੋ ਬਾਰ ਗ੍ਰਾਫ ਹੈ ਉਹ ਮੇਲ ਔਰ ਫੀਮੇਲ ਦੇ ਬਾਰੇ ਦੱਸਦਾ ਹੈ ਕਿ ਮੇਲ ਪਾਰਟਿਸਪੈਂਟਸ ਕਿੰਨੇ ਸੀ ਅਤੇ ਫੀਮੇਲ ਪਾਰਟਿਸਪੈਂਟਸ ਕਿੰਨੇ ਸੀ। ਉਹਨਾਂ ਨੇ ਕਲਾਸੀਫਾਈ ਕੀਤਾ ਹੋਇਆ, ਇਸ ਕਰਕੇ ਅਸੀਂ ਉਸ ਚੀਜ਼ ਨੂੰ ਮੈਂਸ਼ਨ ਕਰ ਦੇਵਾਂਗੇ। The provided bar graph elucidates the number of male and female participants, semicolon, however, comma, ਪਰ ਜਿਹੜਾ ਲਾਈਨ ਗ੍ਰਾਫ ਹੈ ਉਹ ਕੀ ਸ਼ੋ ਕਰਦਾ ਹੈ, ਹਾਊਐਵਰ ਕੀ ਹੈ ਇਹਦਾ ਮਤਲਬ ਪਰੰਤੂ। ਠੀਕ ਹੈ ਜੀ, ਔਰ ਇਸ ਤਰੀਕੇ ਨਾਲ ਲਿਖਾਂਗੇ ਤਾਂ ਕੀ ਹੋਏਗਾ, ਕੰਪਲੈਕਸ ਸੈਂਟੈਂਸ ਬਣੇਗਾ ਸਾਡਾ। ਅਸੀਂ ਰਾਈਟਿੰਗ ਟਾਸਕ 2 ਦੇ ਵਿੱਚ ਇਸ ਤਰੀਕੇ ਨਾਲ ਕਰਦੇ ਹੁੰਦੇ ਕਿ ਸੈਂਟੈਂਸ ਖਤਮ ਹੋਣ ਤੋਂ ਬਾਅਦ ਹਾਊਐਵਰ ਨਾਲ ਕਨੈਕਟਰ ਨਾਲ ਐਜ਼ ਅ ਕਨੈਕਟਰ ਅਸੀਂ ਸੈਂਟੈਂਸ ਸ਼ੁਰੂ ਕਰਦੇ ਹਾਂ, ਅਤੇ ਉਹਦੇ ਵਿੱਚ ਜਦੋਂ ਸੈਂਟੈਂਸ ਸ਼ੁਰੂ ਕਰਦੇ ਹਾਂ ਅਤੇ ਹਾਊਐਵਰ ਦਾ H ਕੈਪੀਟਲ ਆਏਗਾ, ਉਸ ਤੋਂ ਬਾਅਦ ਕੌਮਾ ਆਏਗਾ, ਪਰ ਬਣਨਗੇ ਤਾਂ 2 ਸੈਂਟੈਂਸ ਵੱਖਰੇ ਹੈ ਨਾ, ਉਹ ਕੰਪਲੈਕਸ ਸੈਂਟੈਂਸ ਨਹੀਂ ਹੋਏਗਾ, ਸਿਰਫ ਉਹਦੇ ਵਿੱਚ ਕਨੈਕਟਰ ਦਾ ਯੂਜ਼ ਕੀਤਾ ਜਾਏਗਾ। ਇਹ ਕੰਪਲੈਕਸ ਸੈਂਟੈਂਸ ਹੈ ਬਿਕੋਜ਼ ਇਹ ਇੱਕੋ ਹੀ ਸੈਂਟੈਂਸ ਹੈ, ਇਹਦੇ ਵਿੱਚ ਫੁੱਲ ਸਟਾਪ ਨਹੀਂ ਆਇਆ, ਸੈਂਟੈਂਸ ਦੇ ਅੰਤ ਵਿੱਚ ਫੁੱਲ ਸਟਾਪ ਆਇਆ। 2 ਸੈਂਟੈਂਸਿਸ ਨੂੰ ਜੋੜਿਆ ਗਿਆ ਕਿਹਦੇ ਨਾਲ, ਹਾਊਐਵਰ ਨਾਲ। ਅਤੇ ਸੈਮੀਕੋਲਨ ਇਸ ਤਰੀਕੇ ਨਾਲ ਅਸੀਂ ਪਾਉਂਦੇ ਹਾਂ, ਪਹਿਲਾਂ ਸੈਮੀਕੋਲਨ ਪਾਉਂਦੇ ਹਾਂ, ਫਿਰ ਕਨੈਕਟਰ ਪਾਉਂਦੇ ਹਾਂ, ਫਿਰ ਉਸ ਤੋਂ ਬਾਅਦ ਕੌਮਾ ਪਾਈਦਾ। ਠੀਕ ਹੈ, ਕੌਮਾ ਪਾਉਣਾ ਜ਼ਰੂਰੀ ਹੈ, ਸੈਮੀਕੋਲਨ, ਹਾਊਐਵਰ, ਕੌਮਾ। ਦ ਗਿਵਨ ਲਾਈਨ ਗ੍ਰਾਫ, ਹੁਣ ਉੱਪਰ ਅਸੀਂ ਦਾ ਪ੍ਰੋਵਾਈਡਡ ਲਿਖਿਆ, ਇੱਥੇ ਅਸੀਂ ਗਿਵਨ ਲਿਖ ਦੇਣਾ, ਪ੍ਰੋਵਾਈਡਡ ਨੂੰ ਚੇਂਜ ਕਰ ਦੇਣਾ ਅਸੀਂ ਵਰਡ ਨੂੰ, ਗਿਵਨ ਲਿਖ ਦੇਣਾ। ਦ ਗਿਵਨ ਲਾਈਨ ਗ੍ਰਾਫ ਡਿਪਿਕਟਸ, ਹੁਣ ਐਲੋਸੀਡੇਟਸ ਦੀ ਜਗ੍ਹਾ ਅਸੀਂ ਕੀ ਲਿਖ ਦਿੱਤਾ, ਡਿਪਿਕਟਸ। ਠੀਕ ਹੈ, ਡਿਪਿਕਟਸ ਸਾਡਾ ਕਿੰਨਵਾਂ ਵਰਡ ਆ ਗਿਆ ਸ਼ੋਜ਼ ਦੀ ਜਗ੍ਹਾ 'ਤੇ, 5ਵਾਂ ਵਰਡ। ਪਹਿਲਾਂ ਸਾਡਾ ਡਿਸਕ੍ਰਾਈਬ ਸੀ, ਉਸ ਤੋਂ ਬਾਅਦ ਇਲਸਟ੍ਰੇਟਸ, ਫਿਰ ਐਲੋਸੀਡੇਟਸ, ਔਰ ਇਹ ਸਾਡਾ ਵਰਡ ਹੈ ਚੌਥਾ ਵਰਡ ਡਿਪਿਕਟਸ। ਠੀਕ ਹੈ, ਇਹ ਸਾਡਾ 4th ਵਰਡ ਹੈ ਡਿਪਿਕਟਸ। ਦ ਟੋਟਲ ਨੰਬਰ ਆਫ ਪਾਰਟਿਸਪੈਂਟਸ, ਤਾਂ ਲਾਈਨ ਗ੍ਰਾਫ ਵਿੱਚ ਟੋਟਲ ਨੰਬਰ ਆਫ ਪਾਰਟਿਸਪੈਂਟਸ ਦੱਸੇ ਗਏ ਹੈ, ਜਿਹੜੇ ਕਿ ਕੀ ਕਰਦੇ ਆ, ਹੂ ਪਾਰਟੀਸੀਪੇਟਿਡ, ਜਿਨ੍ਹਾਂ ਨੇ ਕੀ ਕੀਤਾ, ਪਾਰਟੀਸੀਪੇਟ ਕੀਤਾ। ਠੀਕ ਹੈ, ਕਿਹਦੇ ਵਿੱਚ, ਇਨ ਦ ਓਲੰਪਿਕਸ। ਉਹਨਾਂ ਨੇ ਸਾਨੂੰ ਦਿੱਤਾ ਹੋਇਆ ਹੂ ਹੈਵ ਐਂਟਰ ਦ ਓਲੰਪਿਕਸ, ਅਸੀਂ ਐਂਟਰ ਦੀ ਜਗ੍ਹਾ ਕੀ ਕਰ ਦਿੱਤਾ, ਹੂ ਪਾਰਟੀਸੀਪੇਟਿਡ। ਹੈਵ ਐਂਟਰ ਦੀ ਜਗ੍ਹਾ ਅਸੀਂ ਕਰ ਦਿੱਤਾ ਪਾਰਟੀਸੀਪੇਟਿਡ, ਜਿਨ੍ਹਾਂ ਨੇ ਪਾਰਟੀਸੀਪੇਟ ਕੀਤਾ ਕਿਹਦੇ ਵਿੱਚ, ਓਲੰਪਿਕਸ ਵਿੱਚ। ਫਰੋਮ
फ्रॉम 1924 टू 2014 अपने आप देख के कि कित्थों दी लैके कित्थे तक साल सानू दिते ने उन्हां नू उस हिसाब नाल लैके फ्रॉम टू लगा के असी ईयर्स मैंशन करते। फोर्थ एग्जाम्पल बारे हुण असी गल करते हैं जी। ਇਹਦੇ ਵਿੱਚ ਪਾਈ ਚਾਰਟਸ ਦਿੱਤੇ ਨੇ ਤਾਂ ਪਾਈ ਚਾਰਟਸ ਫਿਰ ਦੋ ਦਿੱਤੇ ਨੇ, ਠੀਕ ਹੈ। The pie charts compare ways of accessing the news in Canada and Australia. Access करना किसी चीज़ नू access करना मतलब access करना obtain करना, प्राप्त करना, हासिल करना, किसी चीज़ नू लेना, ठीक है। खबरां नू लेना, खबरां नू किस तरीके नाल लैंदे आ, किस तरीके नाल देखदे आ, टीवी दे राही देखदे आ, रेडियो राही उन्हां नू पता चलदा है, प्रिंट राही पता चलदा है, ऑनलाइन पता चलदा है कि उन्होंने दस्सिया ही नहीं, कोई दस्सा ही नहीं, सोर्स ही नहीं दस्सिया उन्होंने, ठीक है। तो परसेंटेज है साडी ये दित्ती हुई है। पाई चार्ट्स कंपेयर वेज ऑफ तरीके दसदे कि किस तरीके नाल ਜਿਹੜੇ ਲੋਕੀ ਹੈ ਉਹ ਐਕਸੈਸ ਕਰਦੇ ਨੇ ਨਿਊਜ਼ ਕੈਨੇਡਾ ਵਿੱਚ ਵੀ ਤੇ ਆਸਟ੍ਰੇਲੀਆ ਵਿੱਚ ਵੀ। ਇੱਧਰ ਅਸੀਂ ਦੋਵਾਂ ਪਾਈ ਚਾਰਟਸ ਦੀ ਗੱਲ ਕੀਤੀ ਹੈ ਤਾਂ ਗਿਵਨ ਪਾਈ ਚਾਰਟਸ ਲਿਖਿਆ ਹੋਇਆ ਤੇ ਰਿਵੀਲ ਆਏਗਾ, ਇੱਥੇ SES ਨਹੀਂ ਆਏਗਾ। ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ SES ਨਹੀਂ ਆਏਗਾ ਵਰਬ ਦੇ ਨਾਲ ਜਦੋਂ ਦੋ ਜਾਂ ਦੋ ਤੋਂ ਵੱਧ ਗ੍ਰਾਫਸ ਦੀ ਗੱਲ ਕੀਤੀ ਜਾਵੇ। The given pie charts reveal different sources of telecasting the news। ਨਿਊਜ਼ ਨੂੰ ਐਕਸੈਸ ਕਰ ਰਹੇ ਹਾਂ, ਨਿਊਜ਼ ਨੂੰ ਟੈਲੀਕਾਸਟ ਵੀ ਕੀਤਾ ਜਾਂਦਾ ਹੈ, ਠੀਕ ਹੈ ਜੀ। ਟੈਲੀਕਾਸਟ ਕੀਤਾ ਗਿਆ ਇਨ ਕੈਨੇਡਾ ਐਂਡ ਆਸਟ੍ਰੇਲੀਆ। ਰਿਵੀਲ ਡਿਫਰੈਂਟ ਸੋਰਸਿਸ ਆਫ ਟੈਲੀਕਾਸਟਿੰਗ। ਸੋਰਸਿਸ ਹੈ ਨਾ, ਉਹ TV ਹੋ ਗਿਆ, ਰੇਡੀਓ ਹੋ ਗਿਆ, ਨੈਟ ਹੋ ਗਿਆ, ਉਹ ਡਿਫਰੈਂਟ ਸੋਰਸਿਸ ਹੈ ਜਿਹੜੇ ਕਿ ਯੂਜ਼ ਕੀਤੇ ਜਾਂਦੇ, ਇਸਤੇਮਾਲ ਕੀਤੇ ਗਏ ਸੀ ਨਿਊਜ਼ ਨੂੰ ਟੈਲੀਕਾਸਟ ਕਰਨ ਦੇ ਲਈ ਕੈਨੇਡਾ ਵਿੱਚ ਵੀ ਤੇ ਆਸਟ੍ਰੇਲੀਆ ਵਿੱਚ ਵੀ। ਅਸੀਂ ਗੱਲ ਕਰਾਂਗੇ ਪੰਜਵੇਂ ਟਾਸਕ ਦੀ ਜਿਹੜਾ ਕੀ ਹੈ ਟੇਬਲ। The table below shows the proportion। proportion ਕੀ ਹੁੰਦੀ ਹੈ? percentage। percentage ਦਾ synonym ਹੈ proportion। The table below shows the proportion of income spent on 4 common items in the UK in 1998। 1990 ਦੇ ਵਿੱਚ UK ਵਿੱਚ 4 ਆਈਟਮਸ ਦੇ ਉੱਤੇ ਇਨਕਮ ਸਪੈਂਡ ਕੀਤੀ ਗਈ ਸੀ ਤੇ ਕਿੰਨੀ ਪਰਸੈਂਟ ਕਿਹੜੇ ਆਈਟਮ ਦੇ ਉੱਤੇ ਸਪੈਂਡ ਕੀਤੀ ਸੀ ਉਹ ਦਿੱਤਾ ਗਿਆ ਹੈ। ਤੇ ਕਿਹਨੇ ਕੀਤੀ ਸੀ? ਐਡਲਟ ਨੇ ਕੀਤੀ ਸੀ, ਮੈਨ ਨੇ ਵੱਖਰੀ ਕੀਤੀ ਸੀ, ਵਿਮਨ ਨੇ ਵੱਖਰੀ ਕੀਤੀ ਸੀ, ਬॉयਜ਼ ਦੀ ਵੱਖਰੀ ਪਰਸੈਂਟੇਜ ਹੈ ਇਨਕਮ ਦੀ ਸਪੈਂਡ ਹੋਈ ਹਰ ਇੱਕ 4 ਆਈਟਮ ਦੇ ਉੱਤੇ। ਇਹਦੇ ਵਿੱਚ ਅਗੇਨ ਉਹੀ ਚੇਂਜ ਜਿਹੜੀ ਅਸੀਂ ਕਰਨੀ ਹੀ ਕਰਨੀ ਹੈ। ਦਾ ਪ੍ਰੋਵਾਈਡਡ ਟੇਬਲ ਥਰੋਜ਼ ਲਾਈਟ ਔਨ। ਹੁਣ ਇਹ ਅਗਲਾ ਸਿਨੋਨਿਮ ਹੈ ਸ਼ੋਜ਼ ਦਾ, ਥਰੋਜ਼ ਲਾਈਟ ਔਨ। ਦ ਪਰਸੈਂਟੇਜ ਉਹਨਾਂ ਨੇ ਪ੍ਰਪੋਰਸ਼ਨ ਦਿੱਤੀ ਹੈ, ਅਸੀਂ ਲਿਖ ਦਿੱਤਾ ਹੈ ਪਰਸੈਂਟੇਜ। ਦ ਪਰਸੈਂਟੇਜ ਆਫ ਇਨਕਮ ਸਪੈਂਟ ਬਾਏ ਪੀਪਲ, ਅਸੀਂ ਲੋਕਾਂ ਰਾਹੀਂ ਲਿਖ ਦਿੱਤਾ ਕਿਉਂਕਿ ਲੋਕ ਹੀ ਸਪੈਂਡ, ਉਹਨਾਂ ਨੇ ਹੀ ਸਪੈਂਡ ਕੀਤਾ ਹੋਣਾ, ਹੋਰ ਤਾਂ ਕਿਸੇ ਨੇ ਨਹੀਂ ਕੀਤਾ ਹੋਣਾ ਸਪੈਂਡ, ਤੇ ਅਸੀਂ ਆਪ ਲਿਖ ਦਿੱਤਾ ਬਾਏ ਪੀਪਲ, ਸਪੈਂਟ ਬਾਏ ਪੀਪਲ ਔਨ 4 ਕਾਮਨ ਆਈਟਮਸ ਉਹਨਾਂ ਨੇ ਲਿਖਿਆ ਤੇ ਅਸੀਂ ਆਈਟਮਸ ਦੇ ਨਾਮ ਲਿਖ ਦਿੱਤੇ ਜਿਹੜੇ ਉਹਨਾਂ ਨੇ ਦਿੱਤੇ ਹੋਏ ਆ। ਔਨ ਫੂਡ, ਇਲੈਕਟ੍ਰੋਨਿਕ ਇਕੁਇਪਮੈਂਟ, ਮਿਊਜ਼ਿਕ ਐਂਡ ਵੀਡੀਓਜ਼। ਇਨ ਦਾ UK ਡਿਊਰਿੰਗ ਦਾ ਈਅਰ ਲਿਖਤਾ ਅਸੀਂ ਇਨ ਦੀ ਜਗ੍ਹਾ, ਇਨ 1998 ਲਿਖਿਆ ਉਹਨਾਂ ਨੇ, ਅਸੀਂ ਲਿਖ ਦਿੱਤਾ ਡਿਊਰਿੰਗ ਦਾ ਈਅਰ 1998। ਸਾਡੀ 6th ਐਗਜ਼ਾਮਪਲ ਹੈ ਜੀ ਡਾਇਗਰਾਮ ਨੂੰ ਲੈ ਕੇ। ਇਸ ਪਿਕਚਰ ਨੂੰ ਅਸੀਂ ਡਾਇਗਰਾਮ ਵੀ ਕਹਿ ਸਕਦੇ ਹਾਂ ਤੇ ਪ੍ਰੋਸੈਸ ਵੀ ਕਹਿ ਸਕਦੇ ਹਾਂ। ਪ੍ਰੋਸੈਸ ਇਸ ਕਰਕੇ ਕਹਿ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਸਟੈਪ ਬਾਈ ਸਟੈਪ ਦਿੱਤਾ ਹੋਇਆ ਸਾਰਾ ਕੁਝ ਕਿ ਸਟੈਪ ਬਾਈ ਸਟੈਪ ਕਿਵੇਂ, ਕਿੰਨੇ ਸਾਰੇ ਸਟੈਪਸ ਹੈ ਜੋ ਕਿ ਯੂਜ਼ ਹੁੰਦੇ ਹੈ ਬ੍ਰਿਕਸ ਦੇ ਮੈਨੂਫੈਕਚਰ ਦੇ ਵਿੱਚ, ਬ੍ਰਿਕਸ ਬਣਨ ਵਿੱਚ, ਇੱਟਾਂ ਬਣਨ ਵਿੱਚ ਕਿੰਨੇ ਸਟੈਪਸ ਯੂਜ਼ ਹੁੰਦੇ ਨੇ ਤੇ ਫਿਰ ਇਹ ਸਟੈਪ ਬਾਈ ਸਟੈਪ ਦਿੱਤਾ ਹੋਇਆ, ਇਸ ਕਰਕੇ ਇਹਨੂੰ ਅਸੀਂ ਪ੍ਰੋਸੈਸ ਵੀ ਕਹਿ ਸਕਦੇ ਹਾਂ ਤੇ ਡਾਇਗਰਾਮ ਵੀ ਕਹਿ ਸਕਦੇ ਹਾਂ।
ਤੇ ਲਾਈਨ ਪੜ੍ਹਨੀ ਸ਼ੁਰੂ ਕਰੀਏ। The diagram illustrates the process that is used to manufacture bricks for the building industry. ਹੁਣ ਅਸੀਂ ਕੀ ਚੇਂਜਿਸ ਕੀਤੀਆਂ ਇਸ ਸੈਂਟੈਂਸ ਵਿੱਚ? The given diagram discloses, ਉਹਨਾਂ ਨੇ illustrates ਦਿੱਤਾ, ਅਸੀਂ discloses ਲਿਖ ਦਿੱਤਾ। shows the synonym, discloses ਵੀ ਹੈ ਤੇ illustrates ਵੀ ਹੈ। illustrates the process that is used to manufacture bricks, ਉਹਨਾਂ ਨੇ ਲਿਖਿਆ। ਅਸੀਂ ਲਿਖਿਆ the various steps, ਉਹਨਾਂ ਨੇ steps ਬਾਰੇ ਜਾਣਕਾਰੀ ਨਹੀਂ ਲਿਖੀ, ਅਸੀਂ ਲਿਖ ਦਿੱਤਾ the various steps ਜਿਹੜੇ ਕਿ ਸ਼ਾਮਿਲ ਹਨ involved ਕਿਹਦੇ ਵਿੱਚ? in the manufacture of bricks। ਤਾਂ ਟੋਟਲੀ ਅਸੀਂ ਸੈਂਟੈਂਸ ਦਾ ਸਟਰਕਚਰ ਬਦਲ ਦਿੱਤਾ ਹੋਇਆ ਹੈ, ਬਿਲਕੁਲ ਹੀ ਬਦਲ ਦਿੱਤਾ ਹੈ। ਉਹਨਾਂ ਨੇ ਕੁਝ ਹੋਰ ਤਰੀਕੇ ਨਾਲ ਲਿਖਿਆ, ਸੈਂਟੈਂਸ ਸਟਰਕਚਰ ਉਹਨਾਂ ਦਾ ਕੁਝ ਹੋਰ ਹੈ ਤੇ ਸਾਡਾ ਕੁਝ ਹੋਰ ਹੈ। ਲਾਸਟ 7th ਐਗਜ਼ਾਮਪਲ ਹੈ ਜੀ ਸਾਡੀ ਮੈਪਸ ਨੂੰ ਲੈ ਕੇ, ਔਰ ਮੈਪਸ ਹਮੇਸ਼ਾ ਦੋ ਆਉਂਦੇ ਆ, ਇਕੱਠੇ ਆਉਂਦੇ ਨੇ, ਤਾਂ ਹੀ ਸਾਡਾ ਕੰਪੈਰੀਜ਼ਨ ਹੋ ਸਕਦਾ ਹੈ, ਤੁਲਨਾ ਹੋ ਸਕਦੀ ਹੈ ਕਿ ਇੱਕ ਮੈਪ ਦੀ ਦੂਜੀ ਮੈਪ ਨਾਲ ਅਸੀਂ ਕਿਵੇਂ ਤੁਲਨਾ ਕਰੀਏ। ਪਹਿਲਾਂ ਪ੍ਰੈਜ਼ੈਂਟ ਦਾ, ਇਹ ਫਿਊਚਰ ਦਾ। ਇੱਕ ਜਗ੍ਹਾ ਦਾ ਬਾਸ਼ਾ ਨਾਮ ਦੀ ਇੱਕ ਜਗ੍ਹਾ ਹੈ ਜਿਹਦਾ ਪ੍ਰੈਜ਼ੈਂਟ ਪਲਾਨ ਵੀ ਹੈ ਤੇ ਫਿਊਚਰ ਪਲਾਨ ਵੀ ਹੈ ਕਿ ਫਿਊਚਰ ਵਿੱਚ ਕਿਸ ਤਰ੍ਹਾਂ ਦੀ ਬਾਸ਼ਾ ਜਗ੍ਹਾ ਹੋ ਜਾਏਗੀ ਤੇ ਸਾਡੇ ਕੋਲ ਐਟ ਪ੍ਰੈਜ਼ੈਂਟ ਕਿਸ ਤਰੀਕੇ ਦੀ ਹੈ। ਠੀਕ ਹੈ ਜੀ, ਇੰਟਰੋਡਕਸ਼ਨ ਪੜ੍ਹਦੇ ਹਾਂ। ਦ ਮੈਪਸ ਬਿਲੋ ਸ਼ੋ ਦ ਸੈਂਟਰ ਆਫ ਅ ਸਮॉल ਟਾਊਨ ਕਾਲਡ ਬਾਸ਼ਾ ਐਜ਼ ਇਟ ਇਜ਼ ਨਾਓ ਐਂਡ ਪਲਾਨਸ ਫॉर ਇਟਸ ਡਿਵੈਲਪਮੈਂਟ। ਇਹ ਮੈਪਸ ਦਿਖਾਉਂਦੇ ਨੇ ਕਿ ਬਾਸ਼ਾ ਜਿਹੜਾ ਛੋਟਾ ਜਿਹਾ ਟਾਊਨ ਹੈ ਇਸ ਵੇਲੇ ਐਟ ਪ੍ਰੈਜ਼ੈਂਟ ਕਿਹੋ ਜਿਹਾ ਦਿਖਾਈ ਦਿੰਦਾ ਹੈ ਤੇ ਉਹਦੇ ਪਲਾਨਸ ਦਿਖਾਉਂਦੇ ਆ ਅਗਲੇ ਮੈਪ ਵਿੱਚ ਕਿ ਫਿਊਚਰ ਵਿੱਚ ਲੈ ਕੇ ਉਹ ਕਿਵੇਂ ਦਾ ਹੋਵੇਗਾ, ਉਹਦਾ ਨਕਸ਼ਾ ਕਿਸ ਤਰੀਕੇ ਦਾ ਹੋਵੇਗਾ ਫਿਊਚਰ ਨੂੰ ਅਸੀਂ ਜੇ ਦੇਖੀਏ ਤਾਂ। ਸਾਡੀ ਚੇਂਜਡ ਲਾਈਨ ਇਸ ਤਰ੍ਹਾਂ ਦੀ ਹੈ ਜੀ। ਦ ਗਿਵਨ ਮੈਪਸ ਡਿਸਕ੍ਰਾਈਬ ਦ ਚੇਂਜਿਸ ਵਿਚ ਹੈਵ ਬੀਨ ਪਲਾਨਡ, ਜਿਹੜੀਆਂ ਚੇਂਜਿਸ ਪਲਾਨ ਕੀਤੀਆਂ ਗਈਆਂ ਹਨ ਫॉर ਦ ਟਾਊਨ ਆਫ ਬਾਸ਼ਾ। ਤੇ ਟੋਟਲੀ ਸੈਂਟੈਂਸ ਦਾ ਸਟਰਕਚਰ ਚੇਂਜ ਹੋਇਆ ਪਿਆ ਬਟ ਸੈਂਸ ਬਿਲਕੁਲ ਸੇਮ ਹੈ। ਰੀਫਰੇਸ ਕਰ ਦਿੱਤਾ ਗਿਆ ਸੈਂਟੈਂਸ ਨੂੰ ਜੀ। ਅਸੀਂ ਚੇਂਜਿਸ ਵਰਡਸ ਦੀ ਜਗ੍ਹਾ ਤੇ ਮੋਡੀਫਿਕੇਸ਼ਨਸ ਵਰਡ ਵੀ ਯੂਜ਼ ਕਰ ਸਕਦੇ ਹਾਂ, ਉਹਦਾ ਵੀ ਸੇਮ ਮਤਲਬ ਹੈ। ਸਿਨੋਨਿਮ ਹੈ ਚੇਂਜਿਸ ਦਾ ਮੋਡੀਫਿਕੇਸ਼ਨਸ।